जी अस्सलाम वालेकुम वरहमतुल्लाहि वबरकातुहू। की हाल चाल है जी दोस्तों, साथियों, बुजुर्गों, बहनों ते भाइयों, बेटों ते बेटियों। उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। बड़ी मेहरबानी कि तुसीं मेरा यूट्यूब चैनल वेखदे हो, लाइक भी कर दिया करो, शेयर भी कर दिया करो, सबसक्राइब भी कर दिया करो। ये एक किस्म का तुहाडा मेरे नाल जुड़े रहने का तरीका। ते अज दा असीं वीलॉग बनावांगे माजी दे नामवर अदाकार आगा तालिश। आगा तालिश साहब ने फिल्म इंडस्ट्री ਦੇ ਵਿੱਚ ਬੇਮਿਸਾਲ ਲਾਜਵਾਬ ਕਿਰਦਾਰ ਅਦਾ ਕੀਤੇ ਨੇ। ਤੁਹਾਨੂੰ ਵੀ ਪਤਾ ਕਿ ਬਹੁਤ ਜ਼ਿਆਦਾ ਉਹਨਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਬਹੁਤ ਮੰਝੇ ਹੋਏ ਔਰ ਪੜ੍ਹੇ ਲਿਖੇ ਤੇ ਅਦਾਕਾਰ ਸੀ ਜਿਹੜੇ ਫਿਲਮ ਇੰਡਸਟਰੀ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ। ਇਹਨਾਂ ਦਾ ਅਸਲ ਨਾਮ ਹੁੰਦਾ ਆਗਾ ਅਬਾਸ ਅਲੀ ਤਾਲਿਸ਼। ਆਗਾ ਅਬਾਸ ਅਲੀ ਤਾਲਿਸ਼ ਜਿਹੜੇ ਨੇ ਇਹ 15 ਨਵੰਬਰ 1924 ਨੂੰ ਇੰਡੀਆ ਦੇ ਸ਼ਹਿਰ ਲੁਧਿਆਣੇ ਦੇ ਵਿੱਚ ਪੈਦਾ ਹੁੰਦੇ ਨੇ। ਇਹਨਾਂ ਦੀ ਤਾਰੀਖ ਪੈਦਾਇਸ਼ ਦੇ ਵਿੱਚ ਵਿਕੀਪੀਡੀਆ ਦੇ ਵਿੱਚ 1923 ਆ, ਕੁਝ 1927 ਆ ਕਿਸੇ ਜਗ੍ਹਾ ਤੇ, ਲੇਕਿਨ ਕੋਈ ਸਹੀ ਕਨਫਰਮ ਨਹੀਂ ਇਹਨਾਂ ਦੀ ਤਾਰੀਖ ਪੈਦਾਇਸ਼ ਕਿਹੜੀ ਆ। ਇਹਨਾਂ ਦੇ ਵਾਲਿदैन ईरान च ਰਹਿੰਦੇ ਸੀ ਤੇ ਇਹਨਾਂ ਦੀ ਫੈਮਿਲੀ ਉੱਥੋਂ ਫਿਰ ਸਨ 1899 ਦੇ ਵਿੱਚ ਹਿਜਰਤ ਕਰਕੇ ਇੰਡੀਆ ਦੇ ਸ਼ਹਿਰ ਲੁਧਿਆਣੇ ਆ ਗਏ। ਇਹਨਾਂ ਦੀ ਮਾਦਰੀ ਜ਼ੁਬਾਨ ਫਾਰਸੀ ਸੀ ਤੇ ਇਹਨਾਂ ਦੇ ਵਾਲਿਦ ਸਾਹਿਬ ਜਿਹੜੇ ਸੀ ਪੁਲਿਸ ਦੇ ਵਿੱਚ ਇੰਸਪੈਕਟਰ ਸੀ ਤੇ ਇਹ ਜਿਸ ਵੇਲੇ ਹਜੇ ਛੋਟੀ ਉਮਰ ਦੇ ਵਿੱਚ ਸੀ, ਬਚਪਨ ਦੇ ਵਿੱਚ ਸੀ ਤੇ ਇਹਨਾਂ ਦੇ ਵਾਲਿਦ ਦਾ ਤਬਾਦਲਾ ਜਿਹੜਾ ਮਿਤਰਾ ਹੋ ਗਿਆ ਤੇ ਇਹਨਾਂ ਨੇ ਇਬਤਦਾਈ ਤਾਲੀਮ ਜਿਹੜੀ ਆ ਉਹ ਮਿਥਰਾ ਤੋਂ ਹਾਸਲ ਕੀਤੀ ਤੇ BA ਗ੍ਰੈਜੂਏਸ਼ਨ ਕਰਨੇ ਤੋਂ ਬਾਅਦ ਫਿਰ ਇਹ ਮੁxtਲਫ ਨੌਕਰੀ ਦੀ ਕੋਸ਼ਿਸ਼ ਦੇ ਵਿੱਚ ਤਲਾਸ਼ ਦੇ ਵਿੱਚ ਰਹੇ ਤੇ ਲੇਕਿਨ ਇਹਨਾਂ ਨੂੰ ਬਚਪਨ ਦੇ ਵਿੱਚ ਹੀ ਅਦਾਕਾਰੀ ਕਰਨੇ ਦਾ ਸ਼ੌਕ ਸੀ। ਸ਼ੌਕ ਨਹੀਂ ਸੀ ਬਲਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਜਨੂਨ ਸੀ, ਭੂਤ ਸਵਾਰ ਸੀ ਅਦਾਕਾਰੀ ਦਾ। ਤੇ ਇਹਨਾਂ ਨੇ ਬਚਪਨ ਦੇ ਵਿੱਚ ਹੀ ਆਪਣੇ ਸਟੇਜ ਡਰਾਮਿਆਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰਤਾ ਤੇ ਹੌਲੀ ਹੌਲੀ ਫਿਰ ਇਹ ਅੱਗੇ ਵਧਦੇ ਗਏ ਇੱਥੋਂ ਤੱਕ ਕਿ ਹਜੇ ਇਹ 23 ਸਾਲ ਦੀ ਉਮਰ ਦੇ ਸੀ। ਸਨ 1944 ਦੇ ਵਿੱਚ ਇਹਨਾਂ ਦੇ ਵਾਲਿਦ ਸਾਹਿਬ ਫੌਤ ਹੋ ਜਾਂਦੇ ਨੇ ਤੇ ਉਸੇ ਸਾਲ ਹਜੇ ਇਹਨਾਂ ਦੇ ਵਾਲਿਦ ਸਾਹਿਬ ਦਾ ਸਦਮਾ ਜਿਹੜਾ ਖਤਮ ਨਹੀਂ ਹੋਇਆ ਹੁੰਦਾ ਕਿ ਉਹ ਅਦਾਕਾਰੀ ਦਾ ਜਿਹੜਾ ਭੂਤ ਸਵਾਰ ਹੁੰਦਾ, ਜਨੂਨ ਹੁੰਦਾ, ਉਹਦੀ ਵਜ੍ਹਾ ਨਾਲ ਫਿਰ ਇਹ ਬੰਬਈ ਆ ਜਾਂਦੇ ਨੇ ਇੰਡੀਆ ਦੇ ਸ਼ਹਿਰ। ਉਦੋਂ ਬੰਬਈ ਔਰ ਕਲਕੱਤਾ ਔਰ ਲਾਹੌਰ ਤਿੰਨ ਹੀ ਜਗ੍ਹਾ ਤੇ ਫਿਲਮਾਂ ਬਣਦੀਆਂ ਹੁੰਦੀਆਂ ਸੀ, ਹਜੇ ਪਾਕਿਸਤਾਨ ਜਦੋਂ ਨਹੀਂ ਸੀ ਬਣਿਆ। ਤੇ ਉੱਥੇ ਆ ਕੇ ਇਹ ਵੇਖਦਾ ਫਿਰਦਾ ਟੁਰਦਾ ਕਿ ਇਹਦੇ ਕੋਲ ਖਰਚਾ ਵੀ ਮੁੱਕ ਜਾਂਦਾ। ਫਿਰ ਇਹ ਸੋਚਦਾ ਕਿ ਹੁਣ ਮੈਂ ਕੀ ਕਰਾਂ ਤੇ ਫਿਰ ਉੱਥੇ ਇੱਕ ਨੈਸ਼ਨਲ ਸਟੂਡੀਓ ਆ, ਉਹਦੇ ਵਿੱਚ ਫਿਰ ਮੁਲਾਜ਼ਮਤ ਅਖਤਿਆਰ ਕਰ ਲੈਂਦੇ ਨੇ, ਕੋਈ ਨੌਕਰੀ ਕਰ ਲੈਂਦੇ ਨੇ ਥੋੜੀ ਛੋਟੀ ਮੋਟੀ, ਤਾਂ ਕਿ ਕੋਈ ਚਲੋ ਥੋੜਾ ਬਹੁਤਾ ਖਰਚਾ ਤਾਂ ਚੱਲ ਸਕੇ ਨਾ। ਉੱਥੇ ਫਿਰ ਇੱਕ ਮਸ਼ਹੂਰ ਸ਼ਾਇਰ ਸਾਹਰ ਲੁਧਿਆਣਵੀ ਹੁੰਦੇ ਨੇ, ਉਹਨਾਂ ਦੇ ਨਾਲ ਇਹਨਾਂ ਦੀ ਮੁਲਾਕਾਤ ਹੋ ਜਾਂਦੀ ਆ। ਉੱਥੇ ਗੱਪਸ਼ਪ ਹੋ ਜਾਂਦੀ ਆ, ਉਹਨਾਂ ਨਾਲ ਮੇਲ ਮਿਲਾਪ ਰੱਖਦੇ ਨੇ। ਹੋਰ ਵੀ ਬਹੁਤ ਸਾਰੇ ਫਿਲਮ ਪ੍ਰੋਡਿਊਸਰ ਅਦਾਕਾਰ ਆਉਂਦੇ ਜਾਂਦੇ ਨੇ, ਇਹਨਾਂ ਦੀ ਕਾਫੀ ਵਾਕਫੀਅਤ ਹੋ ਜਾਂਦੀ ਆ। ਫਿਰ ਇੱਕ ਦਿਨ ਇਹਨਾਂ ਨੇ ਸਾਹਰ ਲੁਧਿਆਣਵੀ ਸਾਹਿਬ ਨੂੰ ਕਿਹਾ ਕਿ ਮੈਨੂੰ ਫਿਲਮਾਂ ਦੇ ਵਿੱਚ ਕੋਈ ਕੰਮ ਲੈ ਕੇ ਦਿਓ, ਕਿਉਂਕਿ ਉਹਨਾਂ ਨੇ ਕਿਹਾ ਕਿ ਮੈਨੂੰ ਸ਼ੌਕ ਬਹੁਤ ਜ਼ਿਆਦਾ ਅਦਾਕਾਰੀ ਕਰਨੇ ਦਾ ਤੇ ਮੈਂ ਅਦਾਕਾਰੀ ਕਰਨਾ ਚਾਹੁੰਦਾ, ਤੁਸੀਂ ਕੋਈ ਮੈਨੂੰ ਕੰਮ ਫਿਲਮਾਂ ਦੇ ਵਿੱਚ ਲੈ ਕੇ ਦਿਓ। ਤੇ ਫਿਰ ਇੱਕ ਦਿਨ ਸਾਹਰ ਲੁਧਿਆਣਵੀ ਨੇ ਉਹਨਾਂ ਦੇ ਇੱਕ ਬਹੁਤ ਦੋਸਤ ਸੀ ਉਸ ਵਕਤ ਦੇ ਨਾਮਵਰ ਅਦੀਬ ਕ੍ਰਿਸ਼ਨ ਚੰਦਰ, ਉਹਨਾਂ ਦੇ ਨਾਲ ਗੱਲ ਕੀਤੀ ਕਿ ਤੁਸੀਂ ਆਗਾ ਤਾਲਿਸ਼ ਨੂੰ ਕਿਤੇ ਫਿਲਮਾਂ ਦੇ ਵਿੱਚ ਕੰਮ ਲੈ ਕੇ ਦਿਓ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਫਿਰ ਕ੍ਰਿਸ਼ਨ ਚੰਦਰ ਜਿਹੜੇ ਸੀ ਇਹ ਆਪਣੀ ਫਿਲਮ ਬਣਾ ਰਹੇ ਸੀ ਸਰਾਏ ਕੇ ਬਾਹਰ। ਉਹਨਾਂ ਨੇ ਆਪਣੀ ਫਿਲਮ ਦੇ ਵਿੱਚ ਆਗਾ ਤਾਲਿਸ਼ ਨੂੰ ਕਾਸਟ ਕਰ ਲਿਆ ਤੇ ਫਿਰ ਇਹ ਫਿਲਮ ਕੋਈ ਏਡੀ ਕਾਮਯਾਬ ਨਾ ਹੋ ਸਕੀ ਤੇ ਉਸ ਤੋਂ ਬਾਅਦ ਫਿਰ ਇਹ ਇੱਕ ਹੋਰ ਫਿਲਮ ਦੇ ਵਿੱਚ ਇਹਨਾਂ ਨੇ ਕੰਮ ਕੀਤਾ, ਲੇਕਿਨ 3 ਸਾਲ ਤੱਕ ਇਹਨਾਂ ਨੂੰ ਕੋਈ ਕੰਮ ਨਹੀਂ ਉੱਥੇ ਮਿਲਿਆ। ਇਹ ਫਿਰ ਬੰਬਈ ਤੋਂ ਦਿਲਬਰਦਾਸ਼ਤ ਹੋ ਕੇ ਤੇ ਇਹਨਾਂ ਨੇ ਪਸ਼ਾਵਰ ਆ ਗਏ। ਪਸ਼ਾਵਰ ਆ ਕੇ ਇਹਨਾਂ ਨੇ ਰੇਡੀਓ ਸਟੇਸ਼ਨ ਤੇ
ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਦਿਨਾਂ 'ਚ ਹੀ ਫਿਰ ਪਾਕਿਸਤਾਨ ਔਰ ਇੰਡੀਆ ਅਲੱਗ-ਅਲੱਗ ਹੋ ਗਏ ਤੇ ਇਹਨਾਂ ਦੀ ਜਿਹੜੀ ਫਿਲਮ ਸੀ ਉਹ ਸਰਾਏ ਕੇ ਬਾਹਰ 1947 'ਚ ਰਿਲੀਜ਼ ਹੋਈ ਸੀ। ਤੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਮਾਰਚ ਦੇ ਵਜੂਦ 'ਚ ਆ ਗਿਆ ਤੇ ਫਿਰ ਇਹਨਾਂ ਦੀ ਫੈਮਿਲੀ ਜਿਹੜੀ ਇਹਨਾਂ ਦੇ ਪਹਿਲਾਂ ਦੇ ਰਿਸ਼ਤੇਦਾਰ ਜਿਹੜੇ ਸੀ ਪਿਸ਼ਾਵਰ ਰਹਿੰਦੇ ਸੀ, ਇਹ ਫਿਰ ਉੱਥੇ ਪਿਸ਼ਾਵਰ ਸ਼ਿਫਟ ਹੋ ਜਾਂਦੇ ਨੇ। ਪਿਸ਼ਾਵਰ ਫਿਰ ਰੇਡੀਓ ਸਟੇਸ਼ਨ ਤੇ ਕੰਮ ਕਰਦੇ ਨੇ। ਉੱਥੇ ਫਿਰ ਉਸ ਵਕਤ ਦੇ ਮਸ਼ਹੂਰ ਡਾਇਰੈਕਟਰ ਜਨਰਲ ਜਿਹੜੇ ਹੁੰਦੇ ਨੇ ਰੇਡੀਓ ਪਾਕਿਸਤਾਨ ਦੇ ਜ਼ੈਡ ਬੁਖਾਰੀ, ਉਹਨਾਂ ਦੀ ਪੋਤੀ ਹੁੰਦੀ ਹੈ ਨਸੀਮ ਬਾਨੋ ਤੇ ਉਹ ਰੇਡੀਓ ਪਾਕਿਸਤਾਨ ਤੇ ਆਪਾ ਜਾਨ ਦੇ ਨਾਂ ਤੋਂ ਇੱਕ ਸਦਾਕਾਰੀ ਦਾ ਪ੍ਰੋਗਰਾਮ ਕਰਦੀਆਂ ਹੁੰਦੀਆਂ ਨੇ। ਉਹਨਾਂ ਦੇ ਨਾਲ ਇਹਨਾਂ ਦੀ ਸ਼ਾਦੀ ਹੋ ਜਾਂਦੀ ਹੈ, ਜਦੋਂ ਉਹਨਾਂ ਦੀ ਅੰਡਰਸਟੈਂਡਿੰਗ ਹੋ ਜਾਂਦੀ ਆ ਫਿਰ ਇਹਨੇ ਉੱਥੇ ਨਸੀਮ ਬਾਨੋ ਨਾਲ ਸ਼ਾਦੀ ਕਰਵਾ ਲਈ। ਉਸ ਤੋਂ ਬਾਅਦ ਫਿਰ ਇਹਨਾਂ ਦੀ ਟ੍ਰਾਂਸਫਰ ਜਿਹੜੀ ਆ ਆਜ਼ਾਦ ਕਸ਼ਮੀਰ ਰੇਡੀਓ ਪਾਕਿਸਤਾਨ 'ਚ ਹੋ ਜਾਂਦੀ ਆ। ਥੋੜ੍ਹੀ ਦੇਰ ਉੱਥੇ ਕੰਮ ਕਰਦੇ ਨੇ ਫਿਰ ਤੇ ਫਿਰ ਲੇਕਿਨ ਜਿਹੜਾ ਇਹਨਾਂ ਦੀ ਜਨੂਨ ਹੁੰਦਾ, ਭੂਤ ਸਵਾਰ ਹੁੰਦਾ ਅਦਾਕਾਰੀ ਦਾ, ਉਹ ਇਹਨਾਂ ਨੂੰ ਟਿਕਣ ਨਹੀਂ ਦਿੰਦਾ ਤੇ ਫਿਰ ਇਹ ਲਾਹੌਰ ਸਟੂਡੀਓ ਦਾ ਰੁਖ ਕਰਦੇ ਨੇ ਕਿ ਇਹਨਾਂ ਨੇ ਕਿਹਾ ਕਿ ਹੁਣ ਲਾਹੌਰ ਸਟੂਡੀਓ ਚੱਲਦੇ ਆ, ਉੱਥੇ ਜਾ ਕੇ ਕੋਈ ਅਦਾਕਾਰੀ ਵੇਖਦੇ, ਕੰਮ ਸ਼ਾਮ ਵੇਖਦੇ ਆ। ਉੱਥੇ ਜਿਸ ਵੇਲੇ ਲਾਹੌਰ ਪਹੁੰਚਦੇ ਨੇ, ਪਾਕਿਸਤਾਨ ਤੋਂ ਬਾਅਦ ਲਾਹੌਰ ਫਿਲਮ ਇੰਡਸਟਰੀ ਨੂੰ ਫਿਰ ਆਪਣੇ ਪੈਰਾਂ 'ਤੇ ਖੜੇ ਹੋਣ ਵਾਸਤੇ ਕਾਫੀ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ, ਕਾਫੀ ਮੁਸ਼ਕਲਾਂ ਆਉਂਦੀਆਂ ਨੇ। ਇਹਨਾਂ ਮੁਸ਼ਕਲਾਂ ਦੇ ਵਿੱਚ ਫਿਰ ਆਗਾ ਤਾਲਸ਼ ਨੇ ਵੀ ਆਪਣਾ ਭਰਪੂਰ ਕਿਰਦਾਰ ਅਦਾ ਕੀਤਾ। ਉਹਨਾਂ ਨੇ ਵੀ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਫਿਲਮ ਇੰਡਸਟਰੀ ਨੂੰ ਕਾਮਯਾਬ ਕਰਾਉਣ ਵਾਸਤੇ ਬੜੀ ਮਦਦ ਕੀਤੀ ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਸਭ ਤੋਂ ਪਹਿਲਾਂ ਤਸੱਦਕ ਹੁਸੈਨ ਰਿਆਜ਼ ਨੇ ਆਪਣੀ ਪਹਿਲੀ ਫਿਲਮ ਨੱਥ ਦੇ ਵਿੱਚ ਤਾਲਸ਼ ਨੂੰ ਵਿਲਨ ਦਾ ਕਿਰਦਾਰ ਅਦਾ ਕਰਨ ਵਾਸਤੇ ਕਾਸਟ ਕੀਤਾ। ਇਹਨਾਂ ਨੇ ਇਹਦੇ ਵਿੱਚ ਵਿਲਨ ਦਾ ਕਿਰਦਾਰ ਅਦਾ ਕੀਤਾ। ਇਹਦੇ ਹਦਾਇਤਕਾਰ ਸ਼ਫੀ ਮੁਹੰਮਦ ਇਜਾਜ਼ ਸੀ ਤੇ ਇਹ ਸਨ 1952 ਨੂੰ ਰਿਲੀਜ਼ ਹੋਈ ਤੇ ਇਹ ਫਿਲਮ ਫਿਰ ਨਾਕਾਮ ਹੋ ਗਈ। ਉਸ ਤੋਂ ਬਾਅਦ ਫਿਰ ਇਹਨਾਂ ਦੀਆਂ ਕਾਫੀ ਫਿਲਮਾਂ ਯਾਨੀ ਨਾਕਾਮ ਹੁੰਦੀਆਂ ਗਈਆਂ, ਜਿਹਦੀ ਵਜ੍ਹਾ ਨਾਲ ਇਹ ਬੜਾ ਪਰੇਸ਼ਾਨ ਹੋਇਆ ਤੇ ਫਿਰ 3 ਸਾਲ ਦੇ ਵਕਫੇ ਤੋਂ ਬਾਅਦ ਫਿਰ 1955 ਦੇ ਵਿੱਚ ਤੇ ਹਦਾਇਤਕਾਰ ਨਿਜ਼ਾਮ ਨਾਖੁਦਾ ਫਿਲਮ ਉਰਦੂ ਬਣਾਉਂਦੇ ਨੇ ਝੀਲ ਕਿਨਾਰੇ। ਉਹਦੇ ਵਿੱਚ ਮਰਕਜ਼ੀ ਕਿਰਦਾਰ ਗੁਲਸ਼ਨ ਆਰਾ ਤੇ ਸਦੀਰ ਅਦਾ ਕਰਦੀਆਂ ਤੇ ਉਹ ਇਹਦੇ ਵਿੱਚ ਇਹਨੂੰ ਫਿਰ ਰੋਲ ਦਿੱਤਾ ਜਾਂਦਾ ਤੇ ਜਿਹੜੀ ਫਿਲਮ ਹਿੱਟ ਹੋ ਗਈ ਤੇ ਉਹ ਇਸ ਤਰ੍ਹਾਂ ਫਿਰ ਆਗਾ ਤਾਲਸ਼ ਦੇ ਉੱਤੇ ਜਿਹੜੇ ਤਾਲੇ ਲੱਗੇ ਹੋਏ ਸੀ ਖੁੱਲ੍ਹ ਗਏ ਜਿਸ ਵੇਲੇ ਫਿਲਮ ਹਿੱਟ ਹੋ ਗਈ ਤੇ ਫਿਰ ਮਾਸ਼ਾਅੱਲਾ ਇਹਨੂੰ ਜਿਵੇਂ ਕਹਿੰਦੇ ਪੰਜਾਬੀ 'ਚ ਧੜਾ-ਧੜ ਮਿਲਣੀਆਂ ਫਿਲਮਾਂ ਸ਼ੁਰੂ ਹੋ ਗਈਆਂ। ਉਹਨਾਂ ਨੂੰ ਫਿਰ ਉਹਨਾਂ ਦਿਨਾਂ 'ਚ ਮਜ਼ੀਦ 4 ਫਿਲਮਾਂ ਮਿਲੀਆਂ ਜਿਹੜੀਆਂ ਸੰਨ 1956 ਦੇ ਵਿੱਚ ਰਿਲੀਜ਼ ਹੋਈਆਂ। ਇਹਨਾਂ ਦੇ ਵਿੱਚ ਹਦਾਇਤਕਾਰ ਮੁਜ਼ੱਫਰ ਤਾਹਰ ਦੀ ਪੰਜਾਬੀ ਫਿਲਮ ਜਬਰੂ ਸੀ, ਜਿਹਦੇ ਵਿੱਚ ਇਹਨੂੰ ਵਿਲਨ ਦਾ ਕਿਰਦਾਰ ਦਿੱਤਾ ਗਿਆ। ਇਹਦੇ ਵਿੱਚ ਟਾਈਟਲ ਰੋਲ ਅਦਾਕਾਰ ਅਕਮਲ ਨੇ ਕੀਤਾ ਤੇ ਅਦਾਕਾਰ ਅਕਮਲ ਦੀ ਇਹ ਬਤੌਰ ਹੀਰੋ ਪਹਿਲੀ ਫਿਲਮ ਸੀ ਤੇ ਇਹ ਫਿਲਮ ਵੀ ਫਿਰ ਹਿੱਟ ਗਈ। ਉਸ ਤੋਂ ਬਾਅਦ ਹਦਾਇਤਕਾਰ ਅਸ਼ਫਾਕ ਮਲਕ ਦੀ ਬਾਗੀ ਉਰਦੂ ਫਿਲਮ ਸੀ, ਉਹਦੇ ਵਿੱਚ ਇਹਨੂੰ ਵਿਲਨ ਦਾ ਕਿਰਦਾਰ ਦਿੱਤਾ ਗਿਆ, ਉਹ ਵੀ ਹਿੱਟ ਹੋ ਗਈ ਤੇ ਹਦਾਇਤਕਾਰ ਫਿਰ ਵਲੀ ਸਾਹਿਬ ਨੇ ਗੁੱਡਾ ਗੁੱਡੀ ਬਣਾਈ, ਉਹਦੇ ਵਿੱਚ ਵੀ ਇਹਨੂੰ ਕਾਸਟ ਕੀਤਾ ਗਿਆ, ਉਹ ਫਿਲਮ ਵੀ ਹਿੱਟ ਗਈ। ਉਸ ਤੋਂ ਬਾਅਦ ਫਿਲਮਸਾਜ਼ ਸ਼ੇਖ ਮੁਹੰਮਦ ਲਤੀਫ ਦੀ ਫਿਲਮ ਤਰਬਾਰ-ਏ-ਹਬੀਬ ਦੇ ਵਿੱਚ ਇਹਨੂੰ ਹੀਰੋ ਦਾ ਕਿਰਦਾਰ ਦਿੱਤਾ ਗਿਆ। ਇਹਦੇ ਨਾਲ ਯਾਸਮੀਨ ਨੇ ਉਹ ਕਿਰਦਾਰ ਅਦਾ ਕੀਤਾ ਔਰ ਇਹ ਫਿਲਮ ਵੀ ਬਹੁਤ ਜ਼ਿਆਦਾ ਹਿੱਟ ਹੋਈ ਤੇ ਬਸ ਫਿਰ ਉਸ ਤੋਂ ਬਾਅਦ ਇਹਦੇ 'ਤੇ ਜਿਹੜੇ ਤਾਲੇ ਲੱਗੇ ਹੋਏ ਸੀ ਉਹ ਖੁੱਲ੍ਹ ਗਏ ਫਿਲਮ ਇੰਡਸਟਰੀ ਦੇ ਤੇ ਫਿਰ ਇਹ ਧੜਾ-ਧੜ ਫਿਲਮਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਏ, ਬਹੁਤ ਜ਼ਿਆਦਾ ਮਸ਼ਹੂਰ ਹੋ ਗਏ। 1957 ਦੇ ਵਿੱਚ ਫਿਰ ਇਹਦੀਆਂ 3 ਫਿਲਮਾਂ ਰਿਲੀਜ਼ ਹੋਈਆਂ, ਜਿਹਦੇ ਵਿੱਚ ਹਦਾਇਤਕਾਰ ਬਾਰੀ ਮਲਕ ਦੀ ਸਹਿਤੀ, ਜਮੀਲ ਮਿਰਜ਼ਾ ਦੀ ਫੂਲੇ ਖਾਂ ਤੇ ਜਾਫਰ ਮਲਕ ਦੀ 7 ਲੱਖ। 7 ਲੱਖ ਦੇ ਵਿੱਚ ਇਹਨਾਂ ਨੇ ਇੱਕ ਸ਼ਰਾਬੀ ਦਾ ਕਿਰਦਾਰ ਅਦਾ ਕੀਤਾ, ਜਿਹੜਾ ਬਹੁਤ ਅੱਛੀ ਤਰ੍ਹਾਂ ਇਹਨਾਂ ਨੇ ਨਿਭਾਇਆ ਉਸ ਕਿਰਦਾਰ ਨੂੰ ਤੇ ਬਸ ਫਿਰ ਫਿਲਮਾਂ ਦੇ ਵਿੱਚ ਜਿਹੜੇ ਤਾਲੇ ਲੱਗੇ ਹੋਏ ਸੀ ਇਹਨਾਂ ਦੇ ਉੱਤੇ ਤੇ ਉਹ ਤਾਲੇ ਖੁੱਲ੍ਹ ਜਾਂਦੇ ਨੇ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਮਸ਼ਹੂਰੀ ਮਿਲਦੀ ਆ ਤੇ ਫਿਰ ਇਹਨਾਂ ਨੂੰ ਫਿਲਮਾਂ ਦੇ ਵਿੱਚ ਕੰਮ ਬੜਾ ਧੜਾ-ਧੜ ਮਿਲਣਾ ਸ਼ੁਰੂ ਹੋ ਗਿਆ ਤੇ 1958 ਦੇ ਵਿੱਚ ਇਹਨਾਂ ਦੀਆਂ ਫਿਰ 8 ਫਿਲਮਾਂ ਰਿਲੀਜ਼ ਹੁੰਦੀਆਂ
ਜਿਹਦੇ ਵਿੱਚ ਹਦਾਇਤਕਾਰ ਆਸ਼ਫ ਭੱਟੀ ਦੀ ਇਸਲਾਮੀ ਮੌਜੂ 'ਤੇ ਬਣਾਈ ਗਈ ਉਰਦੂ ਫਿਲਮ ਤੌਹੀਦ ਤੇ ਨਈਅਰ ਸੁਲਤਾਨਾ ਦੇ ਨਾਲ ਇਹਨੂੰ ਹੀਰੋ ਲਿਆ ਗਿਆ ਤੇ ਇਹ ਲੋਕਾਂ ਨੇ ਬਹੁਤ ਬਤੌਰ ਹੀਰੋ ਨੂੰ ਪਸੰਦ ਕੀਤਾ। ਤੇ ਬਾਕੀ ਜਿਹੜੀਆਂ ਅਸੀਂ ਫਿਲਮਾਂ ਉਹਦੇ ਵਿੱਚ ਮੁਆਵਨ ਦਾ ਇਹਨੇ ਕਿਰਦਾਰ ਕੀਤਾ। ਉਹਦੇ ਵਿੱਚ ਹਦਾਇਤਕਾਰ ਸੈਯਦ ਅਤੌਲਾ ਸ਼ਾਹ ਹਾਸ਼ਮੀ ਦੀ ਨया ਦੌਰ, ਹਦਾਇਤਕਾਰ ਜਾਫਰ ਬੁਖਾਰੀ ਦੀ ਭਰੋਸਾ, ਹਦਾਇਤਕਾਰ ਆਸ਼ਫ ਮਲਕ ਦੀ ਆਖਰੀ ਨਿਸ਼ਾਨ और हदायतकार लुकमान दी आदमी और हदायतकार A.K. चौधरी दी आखिरी दाव। तो फिर 1962 ਦੇ ਵਿੱਚ बनने वाली ਜਿਹੜੀ ਫਿਲਮ ਸੀ ਨਾ ਸ਼ਹੀਦ, ਉਹ ਤੋਂ ਇਹਨਾਂ ਨੇ ਬਹੁਤ ਜ਼ਿਆਦਾ ਫਿਰ ਸ਼ੋਹਰਤ ਹਾਸਲ ਕੀਤੀ ਤੇ ਇਹ ਹਦਾਇਤਕਾਰ ਖਲੀਲ ਕੈਸਰ ਨੇ ਬਣਾਈ ਸੀ ਤੇ ਇਹਦੇ ਵਿੱਚ ਇਹਨਾਂ ਨੇ ਇੱਕ ਯਹੂਦੀ ਮੇਜਰ ਦਾ ਕਿਰਦਾਰ ਅਦਾ ਕੀਤਾ ਤੇ ਉਸ ਕਿਰਦਾਰ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਇਹਨਾਂ ਨੇ ਬਹੁਤ ਜ਼ਿਆਦਾ ਫਿਲਮਾਂ ਬਣਾਈਆਂ ਜਿਨ੍ਹਾਂ ਦਾ ਸਾਰਿਆਂ ਦਾ ਨਾਂ ਲੈਣਾ ਬੜਾ ਮੁਸ਼ਕਲ ਆ। ਉਹਦੇ ਵਿੱਚ ਮਲੰਗੀ ਆ, ਦਿਲ ਮੇਰਾ ਧੜਕਨ ਤੇਰੀ, ਦਿਆ ਔਰ ਤੂਫਾਨ, ਜਿੰਦ ਜਾਨ, ਮਾਂ ਪੁੱਤਰ, ਚੜ੍ਹਦਾ ਸੂਰਜ, ਦੋਸਤੀ, ਦਿਲ ਲਗੀ ਤੇ ਫਰੰਗੀ, ਜ਼ਰਕਾ, ਕਰਤਾਰ ਸਿੰਘ, ਕੈਦੀ, ਔਲਾਦ, ਤੋਬਾ, ਲਾਖੋਂ ਮੇਂ ਏਕ, ਇਸ ਤਰ੍ਹਾਂ ਬੜੀਆਂ ਇਹਨਾਂ ਨੇ ਫਿਲਮਾਂ ਬਣਾਈਆਂ ਜਿਨ੍ਹਾਂ ਨੂੰ ਗਿਣਨਾ ਮੁਸ਼ਕਲ ਆ। ਤਕਰੀਬਨ 500 ਤੋਂ ਉੱਤੇ ਇਹਨਾਂ ਨੇ ਫਿਲਮਾਂ ਬਣਾਈਆਂ। ਇਹਨਾਂ ਦੀ ਆਖਰੀ ਫਿਲਮ ਮੇਰੀ ਤੋਬਾ ਇਹਨਾਂ ਦੇ ਇੰਤਕਾਲ ਤੋਂ 2 ਸਾਲ ਬਾਅਦ ਰਿਲੀਜ਼ ਹੁੰਦੀ ਆ ਤੇ ਔਰ ਬਹੁਤ ਮਸ਼ਹੂਰ ਹੋਈ ਉਹ ਵੀ ਫਿਲਮ ਰਾਹ ਗੁਜ਼ਰ ਦੇ ਵਿੱਚ ਬਿਹਤਰੀਨ ਅਦਾਕਾਰੀ ਕਰਨੇ ਦਾ ਇਹਨਾਂ ਨੂੰ ਸਦਰ ਵੱਲੋਂ ਇੱਕ ਅਵਾਰਡ ਦਿੱਤਾ ਗਿਆ ਤੇ ਹੋਰ ਇਹਨਾਂ ਨੇ ਫਰਿਸ਼ਤਾ, ਸ਼ਹੀਦ ਤੇ ਇਹਦੇ ਸਮੇਤ 8 ਨਿਗਾਰ ਅਵਾਰਡ ਇਹਨਾਂ ਨੇ ਹਾਸਲ ਕੀਤੇ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਇਹਨਾਂ ਨੇ ਸ਼ਾਹਨੂਰ ਸਟੂਡੀਓ ਦੇ ਵਿੱਚ ਆਪਣਾ ਦਫ਼ਤਰ ਬਣਾਇਆ ਹੋਇਆ ਸੀ ਜਿੱਥੇ ਬਹਿ ਕੇ ਇਹ ਆਪਣੇ ਦੋਸਤਾਂ ਨਾਲ ਗੱਪਸ਼ਪ ਲਾਉਂਦੇ ਸੀ ਤੇ ਉਹਨਾਂ ਨੂੰ ਚਾਹ ਸ਼ਾਪ ਲਾਉਂਦੇ ਸੀ ਤੇ ਆਗਾ ਤਾਲਿਸ਼ ਦਾ ਇੱਕ ਹੀ ਇਕਲੌਤਾ ਬੇਟਾ ਆ ਅਹਿਸਨ ਤਾਲਿਸ਼, ਜਿਹੜਾ ਅਦਾਕਾਰ ਵੀ ਆ, ਡਰਾਮਿਆਂ ਦਾ ਪ੍ਰੋਡਿਊਸਰ ਵੀ ਆ ਤੇ ਆਖਰਕਾਰ ਇਹ ਆਖਰੀ ਹਿੱਸੇ ਦੇ ਵਿੱਚ ਜਦੋਂ ਜ਼ਿੰਦਗੀ ਦੇ ਵਿੱਚ ਪਹੁੰਚਦੇ ਆ ਤੇ ਬਿਮਾਰ ਹੋ ਜਾਂਦੇ ਨੇ। ਇਹ 19 ਫਰਵਰੀ 1998 ਨੂੰ ਆਪਣੇ ਖਾਲਕੇ ਹਕੀਕੀ ਨੂੰ ਜਾ ਮਿਲਦੇ ਨੇ ਤੇ ਇਸ ਦੁਨੀਆ ਫਾਨੀ ਨੂੰ ਛੋੜ ਜਾਂਦੇ ਨੇ। ਅੱਲਾਹ ਤਾਲਾ ਉਹਨਾਂ ਨੂੰ ਜੰਨਤੁਲ ਫਿਰਦੌਸ 'ਚ ਆਲਾ ਮੁਕਾਮ ਅਤਾ ਫਰਮਾਏ। अस्सलामु अलैकुम वरहमतुल्लाहि वबरकातुहू।